ਕਾਲਜ ਦੇ ਹੋਸਟਲ ਵਿੱਚੋਂ ਕੁੜੀਆਂ ਦਾ ਗਵਾਚ ਜਾਣਾ ਬੁਝਾਰਤ ਬਣ ਗਿਆ, ਜਿਸ ਦੇ ਨਾਲ ਇੱਕ ਉੱਚ ਮਹਾਵਿਦਿਆਲਾ ਦੀ ਬਦਨਾਮੀ ਹੋਈ। ਮੈਨੂੰ ਉਸ ਵਿੱਚ ਪੜ੍ਹਾਉਂਦਿਆਂ ਹਜੇ ਥੋੜ੍ਹੀ ਹੀ ਦੇਰ ਹੋਈ ਸੀ। ਪੁਲਿਸ ਨਿੱਤ ਕਾਲਜ ਵਿੱਚ ਆ ਵੜਦੀ। ਅਖਬਾਰਾਂ ਵਿੱਚ ਰੋਜ਼ ਹੀ ਇਹ ਖਬਰ ਚਰਚਾ ਦਾ ਵਿਸ਼ਾ ਬਣਦੀ। ਕੁੜੀਆਂ ਦੀ ਭਾਲ ਨਿਰੰਤਰ ਜਾਰੀ ਹੋਣ ਦੇ ਬਾਵਜੂਦ ਵੀ ਕੋਈ ਉੱਗ ਸੁੱਗ ਨਾ ਮਿਲੀ। ਘਰੋਂ ਬਾਹਰ ਨਿਕਲਦੀ ਤਾਂ ਆਂਢ ਗੁਆਂਢ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ। ਘਰ ਆਉਂਦੀ ਪਰਿਵਾਰ ਦਾ ਇਕੱਲਾ ਜੀ ਪੁੱਛਦਾ, ਕੁੜੀਆਂ ਦਾ ਕੁਝ ਪਤਾ ਲੱਗਾ? 2 ਕੁ ਦਿਨਾਂ ਵਿੱਚ ਪਤਾ ਲੱਗ ਜਾਵੇਗਾ, ਮੈਂ ਆਸ ਨਾਲ ਕਹਿ ਦਿੰਦੀ। ਦਰਅਸਲ ਮੈਂ ਉਹਨਾਂ ਕੁੜੀਆਂ ਬਾਰੇ ਕੁਝ ਵੀ ਨਹੀਂ ਸੀ ਜਾਣਦੀ। ਇੱਕ ਤਾਂ ਨਵੀਂ ਕਾਲਜ ਵਿੱਚ ਆਈ ਸਾਂ, ਦੂਸਰਾ ਇੰਨਾ ਵੱਡਾ ਕਾਲਜ ਜਿਸ ਵਿੱਚ ਸਾਰੇ ਇਲਾਕੇ ਦੀਆਂ ਕੁੜੀਆਂ ਪੜ੍ਹਨ ਆਉਂਦੀਆਂ ਹੋਣ। ਪਰ ਮੈਨੂੰ ਇੰਨਾ ਜ਼ਰੂਰ ਪਤਾ ਸੀ ਕਿ ਮਿਸਜ ਸੋਢੀ ਉਹਨਾਂ ਨੂੰ ਇਤਿਹਾਸ ਪੜ੍ਹਾਉਂਦੀ ਸੀ। ਕਾਲਜ ਵਿੱਚ ਬਹੁਤ ਸਾਰੀਆਂ ਅਧਿਆਪਕਾਂ ਵਿੱਚੋਂ ਮੈਂ ਮਿਸਜ ਸੋਢੀ ਦੇ ਹੀ ਜ਼ਿਆਦਾ ਨਜ਼ਦੀਕ ਸਾਂ। ਲੰਚ ਟਾਈਮ ਮੈਂ ਉਹਨਾਂ ਨਾਲ ਹੀ ਬਿਤਾਉਂਦੀ ਸਾਂ। ਉਸ ਦਿਨ ਮੈਂ ਉਹਨਾਂ ਨੂੰ ਪੁੱਛਿਆ, ਤੁਹਾਨੂੰ ਕੁੜੀਆਂ ਦੇਖਣ ਨੂੰ ਕਿਵੇਂ ਲੱਗਦੀਆਂ ਸਨ? ਵੇਖਣ ਨੂੰ ਤਾਂ ਸ਼ਰੀਫ ਸਨ, ਪਰ ਪੁੱਠੇ ਰਸਤੇ ਪੈਂਦਿਆਂ ਕਿਹੜੀ ਦੇਰ ਲੱਗਦੀ ਆ। ਦੀਦੀ, ਤੁਸੀਂ ਵੀ ਇਹੀ ਸੋਚਦੇ ਹੋ ਕਿ ਉਹ ਮੁੰਡਿਆਂ ਨਾਲ ਭੱਜ ਗਈਆਂ? ਸਾਰੇ ਸ਼ਹਿਰ ਵਿੱਚ ਤਾਂ ਇਹੀ ਰੌਲਾ ਪਿਆ ਹੋਇਆ ਹੈ। ਹੋਸਟਲ ਵਿੱਚੋਂ ਭੱਜ ਕਿਵੇਂ ਸਕਦੀਆਂ ਹਨ, ਜਦੋਂ ਕਿ ਹੋਸਟਲ ਦੀਆਂ ਉੱਚੀਆਂ ਕੰਧਾਂ ਉੱਪਰ ਕੱਚ ਦੇ ਟੁਕੜੇ ਲੱਗੇ ਹੋਏ ਨੇ। ਤੁਸੀਂ ਉਸ ਦਿਨ ਵਾਰਡਨ ਦੀ ਗੱਲ ਨਹੀਂ ਸੁਣੀ, ਜੋ ਸਟਾਫ ਰੂਮ ਵਿੱਚ ਦੱਸਦੀ ਪਈ ਸੀ ਕਿ ਉਹ ਕੰਧ ਉੱਪਰ ਰਜਾਈ ਸੁੱਟ ਕੇ ਦੀਵਾਰ ਟੱਪ ਗਈਆਂ। ਉਹ ਨੇ ਖਸਮੀਆਂ ਤਾਂ ਜਿੱਧਰ ਗਈਆਂ ਜਾਣ, ਪਰ ਮੈਨੂੰ ਉਹਨਾਂ ਦੇ ਘਰਦਿਆਂ ਉੱਪਰ ਬਹੁਤ ਤਰਸ ਆਉਂਦਾ। ਵਿਚਾਰੇ ਕਿਵੇਂ ਵਿਲਕਦੇ ਨੇ। ਪ੍ਰਿੰਸੀਪਲ ਸਾਹਿਬਾ ਵੀ ਉਹਨਾਂ ਮਾਪਿਆਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ। ਹਾਂ, ਪਰਸੋਂ ਜਦੋਂ ਉਹ ਆਏ, ਮੈਡਮ ਨੇ ਉਹਨਾਂ ਨੂੰ ਸਾਫ਼ ਕਹਿ ਦਿੱਤਾ ਕਿ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ। ਤੁਸੀਂ ਲੜਕੀਆਂ ਨੂੰ ਚੰਗੇ ਸੰਸਕਾਰ ਤਾਂ ਦਿੱਤੇ ਨਹੀਂ, ਹੁਣ ਉਧਲ ਗਈਆਂ ਤੇ ਪੁੱਛਣ ਆ ਗਏ ਹੋ। ਮੈਂ ਆਪਣੇ ਕੰਨਾਂ ਰਾਹੀਂ ਸੁਣੀ ਗੱਲ ਦੀ ਉਦਾਹਰਨ ਦਿੱਤੀ। ਮੇਰੇ ਖਿਆਲ ਤਾਂ ਮਾਪਿਆਂ ਵਿਚਾਰਿਆਂ ਦਾ ਇਸ ਵਿੱਚ ਕੋਈ ਦੋਸ਼ ਨਹੀਂ। ਵੈਸੇ ਵੀ ਸੱਚਾਈ ਜਾਣੇ ਬਗੈਰ ਸਾਨੂੰ ਅੰਦਾਜ਼ੇ ਨਹੀਂ ਲਾਉਣੇ ਚਾਹੀਦੇ। ਮਿਸਜ ਸੋਢੀ ਮਾਪਿਆਂ ਦੇ ਪੱਖ ਵਿੱਚ ਕਹਿਣ ਲੱਗੀ। ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਚੰਗੇ ਬਣਾਉਣ ਦੀ ਕੋਸ਼ਿਸ਼ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਨੇ, ਪਰ ਫਿਰ ਵੀ ਕਈ ਵਾਰੀ ਐਸਾ ਵਕਤ ਆ ਜਾਂਦਾ ਹੈ ਜਿਸ ਦਾ ਉੱਤਰ ਮਾਪਿਆਂ ਕੋਲ ਨਹੀਂ ਹੁੰਦਾ। ਪਰ ਜੇ ਉਹ ਮੁੰਡਿਆਂ ਨਾਲ ਦੌੜੀਆਂ ਹੁੰਦੀਆਂ ਤਾਂ ਸ਼ਹਿਰ ਵਿੱਚੋਂ ਮੁੰਡੇ ਵੀ ਲਾਪਤਾ ਹੋਣੇ ਸਨ। ਮੈਂ ਆਪਣਾ ਸ਼ੱਕ ਜ਼ਾਹਿਰ ਕੀਤਾ। ਹਾਂ, ਪੁਲਿਸ ਦੇ ਮੁਤਾਬਕ ਲੜਕੇ ਗਵਾਚਣ ਦੀ ਤਾਂ ਕਿਸੇ ਨੇ ਨਹੀਂ ਸ਼ਿਕਾਇਤ ਕੀਤੀ। ਵੈਸੇ ਹੱਦ ਹੋ ਗਈ, ਪੁਲਿਸ ਅਲੱਗ ਨੱਠੀ ਭੱਜੀ ਫਿਰਦੀ ਆ ਅਤੇ ਪ੍ਰੈਸ ਵਾਲੇ ਬਥੇਰਾ ਢੰਡੋਰਾ ਪਿੱਟਦੇ ਪਏ ਨੇ, ਪਰ ਸੁਰਾਖ ਕੋਈ ਮਿਲ ਨਹੀਂ ਰਿਹਾ। ਅਜਿਹੀਆਂ ਗੱਲਾਂ ਨਾਲ ਮਿਸਜ ਸੋਢੀ ਵੀ ਹੈਰਾਨ ਸਨ, ਪਰ ਮੇਰਾ ਦਿਮਾਗ ਤਾਂ ਮੈਨੂੰ ਚੈਨ ਨਾ ਲੈਣ ਦਿੰਦਾ। ਕਾਲਜ ਦੀਆਂ ਸਾਰੀਆਂ ਵਿਦਿਆਰਥਣਾਂ ਉੱਪਰ ਇਸ ਗੱਲ ਦਾ ਪ੍ਰਭਾਵ ਤਾਂ ਹੋਣਾ ਹੀ ਸੀ। ਕੋਈ ਵੀ ਕਲਾਸ ਚੱਜ ਨਾਲ ਨਹੀਂ ਲੱਗ ਰਹੀ ਸੀ। ਪੁਲਿਸ ਅਤੇ ਮੀਡੀਆ ਵਾਲੇ ਨਿੱਤ ਕਾਲਜ ਦੇ ਇੱਧਰ ਉੱਧਰ ਮੰਡਰਾਉਂਦੇ ਨਜ਼ਰ ਆਉਂਦੇ। ਕੱਲ੍ਹ ਤਾਂ ਬਿਲਕੁਲ ਹੀ ਕਲਾਸਾਂ ਬੰਦ ਰਹੀਆਂ, ਕਿਉਂਕਿ ਦੇਸ਼ ਦਾ ਵਿੱਦਿਆ ਮੰਤਰੀ ਅਤੇ ਉਹਨਾਂ ਦੇ ਦੋਸਤ ਦੇਸ਼ ਭਗਤ ਨੇਤਾ ਸਭ ਹੀ ਕਾਲਜ ਵਿੱਚ ਆ ਪਧਾਰੇ। ਉਹਨਾਂ ਨੇ ਆਪਣੇ ਬਿਆਨਾਂ ਵਿੱਚ ਸਾਰਿਆਂ ਦੀ ਝੰਬ ਝਾੜ ਕੀਤੀ ਅਤੇ ਪੁਲਿਸ ਵਾਲਿਆਂ ਉੱਪਰ ਵੀ ਵਰੇ ਕਿ ਹਫ਼ਤਾ ਹੋ ਗਿਆ ਹੈ ਤੁਹਾਨੂੰ ਕੁੜੀਆਂ ਲੱਭਦਿਆਂ, ਪਰ ਪੱਲੇ ਤੁਹਾਡੇ ਕੁਝ ਵੀ ਨਾ ਪਿਆ। ਮੈਂ ਇੱਕ ਗੱਲੋਂ ਫਿਰ ਹੈਰਾਨ ਸਾਂ ਕਿ ਉਹਨਾਂ ਨੇ ਸਭ ਨੂੰ ਝਾੜਾਂ ਪਾਈਆਂ, ਪਰ ਪ੍ਰਿੰਸੀਪਲ ਨਾਲ ਬੜੀ ਇੱਜ਼ਤ ਦਿਖਾ ਰਹੇ ਸਨ। ਮੈਡਮ ਜੀ ਵੀ ਉਹਨਾਂ ਨਾਲ ਮੁਸਕਰਾ ਕੇ ਗੱਲਾਂ ਕਰਦੇ ਰਹੇ। ਪਤਾ ਨਹੀਂ ਮੈਨੂੰ ਇਹ ਸਾਰੀਆਂ ਗੱਲਾਂ ਕਿਉਂ ਨਹੀਂ ਸਨ ਚੰਗੀਆਂ ਲੱਗਦੀਆਂ। ਉਦੋਂ ਹੀ ਕਾਲਜ ਦਾ ਚਪੜਾਸੀ ਚਾਹ ਲੈ ਕੇ ਆ ਗਿਆ। ਮੈਂ ਸ਼ੱਕ ਵਿੱਚ ਘਿਰੀ ਹੋਣ ਕਾਰਨ ਸਵਾਲਾਂ ਦੀ ਬੁਛਾਰ ਉਸ ਤੇ ਕਰ ਦਿੱਤੀ। ਰਾਮ ਲਾਲ, ਤੁਹਾਨੂੰ ਕਿੰਨੀ ਦੇਰ ਹੋ ਗਈ ਕਾਲਜ ਵਿੱਚ ਕੰਮ ਕਰਦਿਆਂ? ਬੀਬੀ ਜੀ, ਉਮਰ ਬੀਤ ਚੱਲੀ ਹੈ ਇਸੇ ਕਾਲਜ ਵਿੱਚ। ਤੁਸੀਂ ਉਹਨਾਂ ਲੜਕੀਆਂ ਨੂੰ ਜਾਣਦੇ ਹੋ ਜੋ ਗੁੰਮ ਗਈਆਂ? ਹਾਂ ਜੀ, ਬਹੁਤ ਹੀ ਖੂਬਸੂਰਤ ਸਨ। ਕਦੀ ਉਹ ਹੋਸਟਲ ਤੋਂ ਬਾਹਰ ਇੱਧਰ ਉੱਧਰ ਜਾਂਦੀਆਂ ਵੇਖੀਆਂ? ਬੀਬੀ ਜੀ, ਪਤਾ ਨਹੀਂ। ਉਸ ਦੇ ਉੱਤਰ ਭਾਵੇਂ ਬਹੁਤੇ ਤਸੱਲੀ ਬਖਸ਼ ਨਹੀਂ ਸਨ, ਫਿਰ ਵੀ ਮੈਂ ਆਪਣੇ ਪ੍ਰਸ਼ਨ ਜਾਰੀ ਰੱਖੇ। ਕੱਲ੍ਹ ਜੋ ਮੰਤਰੀ ਜੀ ਆਏ ਸਨ, ਤੁਸੀਂ ਪਹਿਲਾਂ ਕਦੀ ਉਹਨਾਂ ਨੂੰ ਦੇਖਿਆ? ਉਹ ਤਾਂ ਆਪਣੀ ਮੈਡਮ ਜੀ ਪ੍ਰਿੰਸੀਪਲ ਦੇ ਨਾਲ ਹੀ ਕਾਲਜ ਵਿੱਚ ਪੜ੍ਹਦੇ ਸਨ। ਕਦੇ ਉਹਨਾਂ ਦੇ ਦਰਸ਼ਨਾਂ ਨੂੰ ਆ ਜਾਂਦੇ ਨੇ। ਦਰਸ਼ਨਾਂ ਵਾਲੀ ਗੱਲ ਦੀ ਮੈਨੂੰ ਖਾਸ ਸਮਝ ਤਾਂ ਨਹੀਂ ਆਈ, ਪਰ ਇੰਨਾ ਪਤਾ ਲੱਗ ਗਿਆ ਕਿ ਮੰਤਰੀ ਜੀ ਅਤੇ ਪ੍ਰਿੰਸੀਪਲ ਦੀ
ਆਪ ਵਿੱਚ ਦੋਸਤੀ ਜ਼ਰੂਰ ਹੈ। ਉਹਨਾਂ ਦੀ ਦੋਸਤੀ ਹੋਵੇ ਜਾਂ ਨਾ ਹੋਵੇ, ਭਲਾ ਮੈਨੂੰ ਕੀ। ਮੈਂ ਆਪਣੇ ਮਨ ਨੂੰ ਸਮਝਾਇਆ, ਅਸਲੀ ਮੁੱਦਾ ਤਾਂ ਕੁੜੀਆਂ ਦਾ। ਉਹ ਕਿੱਥੇ ਗਈਆਂ ਹੋਣਗੀਆਂ? ਧਰਤੀ ਵਿੱਚ ਧਸ ਗਈਆਂ ਜਾਂ ਅਸਮਾਨ ਨੇ ਨਿਗਲ ਲਈਆਂ। ਇੱਕ ਲੜਕੀ ਦੇ ਤਾਂ ਮਾਪੇ ਵੀ ਕਾਫੀ ਤਕੜੇ ਸਨ। ਉਹਨਾਂ ਪੈਸਾ ਪਾਣੀ ਵਾਂਗ ਵਹਾਇਆ, ਲੇਕਿਨ ਹੱਥ ਪੱਲੇ ਅਜੇ ਵੀ ਕੁਝ ਨਹੀਂ ਸੀ ਪਿਆ। ਅੱਜ ਲੰਚ ਟਾਈਮ ਸਮੇਂ ਨਾ ਚਾਹੁੰਦੇ ਹੋਇਆਂ ਵੀ ਮੈਂ ਮਿਸੇਸ ਸੋਢੀ ਨਾਲ ਪ੍ਰਿੰਸੀਪਲ ਅਤੇ ਮੰਤਰੀ ਦੀ ਦੋਸਤੀ ਦੀ ਗੱਲ ਪਤਾ ਨਹੀਂ ਕਿਵੇਂ ਛੇੜ ਲਈ। ਦੀਦੀ, ਮੰਤਰੀ ਜੀ ਨੂੰ ਤੁਸੀਂ ਵੀ ਜਾਣਦੇ ਹੋਵੋਗੇ? ਪ੍ਰਿੰਸੀਪਲ ਵਾਲੇ ਮੰਤਰੀ ਨੂੰ। ਮਿਸੇਸ ਸੋਢੀ ਰੁੱਖਾ ਜਿਹਾ ਮੁਸਕਰਾਉਂਦੀ ਕਹਿਣ ਲੱਗੀ, ਆਪਣੀ ਮੈਡਮ ਦੇ ਦੋਸਤ ਹੈ। ਹਾਂ ਬਈ, ਸਾਰੇ ਕਾਲਜ ਨੂੰ ਪਤਾ ਹੈ। ਪਿਛਲੀ ਵਾਰੀ ਯੂਥ ਫੈਸਟੀਵਲ ਤੇ ਇਹਨਾਂ ਨੂੰ ਖਾਸ ਮਹਿਮਾਨ ਬਣਾਇਆ ਗਿਆ ਸੀ। ਬਹੁਤ ਰੌਣਕ ਲੱਗੀ ਹੋਈ ਸੀ। ਲੜਕੀਆਂ ਨੇ ਵੱਖ-ਵੱਖ ਆਈਟਮ ਪੇਸ਼ ਕਰਕੇ ਰੰਗ ਬੰਨ੍ਹ ਦਿੱਤਾ। ਇਹ ਕਹਿ ਕੇ ਮਿਸੇਸ ਸੋਢੀ ਉਦਾਸੀ ਜਿਹੀ ਵਿੱਚ ਚੁੱਪ ਹੋ ਗਈ। ਮੈਂ ਅਜੇ ਉਦਾਸੀ ਕਾਰਨ ਸੋਚ ਹੀ ਰਹੀ ਸਾਂ ਕਿ ਮਿਸੇਸ ਸੋਢੀ ਆਪ ਹੀ ਬੋਲੇ। ਉਦੋਂ ਕਾਲਜ ਦਾ ਮਾਹੌਲ ਹੋਰ ਹੀ ਸੀ। ਗੁੰਮ ਹੋਣ ਵਾਲੀਆਂ ਕੁੜੀਆਂ ਨੇ ਕਈ ਆਈਟਮਾਂ ਵਿੱਚ ਭਾਗ ਲਿਆ ਸੀ। ਮੰਤਰੀ ਜੀ ਆਪਣੇ ਹੱਥੀਂ ਉਹਨਾਂ ਕੁੜੀਆਂ ਨੂੰ ਇਨਾਮ ਦਿੱਤੇ। ਇਹ ਯੂਥ ਫੈਸਟੀਵਲ ਕਦੋਂ ਕੁ ਹੋਇਆ ਸੀ? ਮੈਂ ਪੁੱਛਿਆ। ਬਸ ਤੁਹਾਡੇ ਜੁਆਇਨ ਕਰਨ ਤੋਂ ਥੋੜ੍ਹੇ ਦਿਨ ਪਹਿਲਾਂ। ਅਸੀਂ ਗੱਲਾਂ ਕਰ ਰਹੀਆਂ ਸਨ ਕਿ ਮੰਤਰੀ ਜੀ ਦੀ ਕਾਰ ਫਿਰ ਆ ਗਈ। ਜਦੋਂ ਦੀਆਂ ਕੁੜੀਆਂ ਲਾਪਤਾ ਹੋ ਗਈਆਂ ਨੇ, ਉਦੋਂ ਦਾ ਮੰਤਰੀ ਸਾਹਿਬ ਤੇ ਕਾਲਜ ਵਿੱਚ ਚੱਕਰ ਵੱਧ ਗਏ। ਉਸ ਦਿਨ ਸਟਾਫ ਰੂਮ ਵਿੱਚ ਬੈਠਿਆਂ ਮਿਸੇਸ ਅਗਰਵਾਲ ਨੇ ਵੀ ਕਿਹਾ ਸੀ, ਲੋਕ ਐਵੇਂ ਹੀ ਕਹਿੰਦੇ ਰਹਿੰਦੇ ਨੇ ਕਿ ਮਿਨਿਸਟਰ ਦੇਸ਼ ਦੇ ਭਲੇ ਲਈ ਕੋਈ ਕੰਮ ਨਹੀਂ ਕਰਦੇ। ਦੇਖੋ ਤਾਂ ਆਪਣੇ ਇਸ ਮੰਤਰੀ ਸਾਹਿਬ ਨੂੰ ਲੋਕਾਂ ਦਾ ਕਿੰਨਾ ਫਿਕਰ ਹੈ। ਜਦੋਂ ਦੀਆਂ ਲੜਕੀਆਂ ਗੁੰਮ ਹੋਈਆਂ ਨੇ, ਵਿਚਾਰੇ ਕਿੰਨੀ ਦੌੜ ਭੱਜ ਕਰ ਰਹੇ ਨੇ। ਇਹ ਗੱਲ ਸੁਣ ਕੇ ਮਿਸੇਸ ਸੋਢੀ ਨੇ ਮਿਸੇਸ ਅਗਰਵਾਲ ਵੱਲ ਦੇਖਿਆ ਤਾਂ ਦੋਨੋਂ ਅੱਖਾਂ ਵਿੱਚ ਹੀ ਮੁਸਕਰਾ ਪਈਆਂ। ਨਵੀਂ ਹੋਣ ਕਾਰਨ ਮੈਂ ਉਹਨਾਂ ਦੀ ਇਹ ਬੁਝਾਰਤ ਬੁੱਝ ਨਾ ਸਕੀ। ਥੋੜ੍ਹੀ ਦੇਰ ਬਾਅਦ ਰਾਮ ਲਾਲ ਪ੍ਰਿੰਸੀਪਲ ਦਾ ਸੁਨੇਹਾ ਲੈ ਕੇ ਆਇਆ, ਬੀਬੀ ਜੀ, ਤੁਹਾਨੂੰ ਸਭ ਨੂੰ ਮੈਡਮ ਨੇ ਦਫ਼ਤਰ ਵਿੱਚ ਬੁਲਾਇਆ। ਸਾਰਾ ਸਟਾਫ ਆਫਿਸ ਵੱਲ ਤੁਰ ਪਿਆ। ਤੁਰਿਆਂ ਜਾਂਦਿਆਂ ਮੈਂ ਮਿਸੇਸ ਸੋਢੀ ਨੂੰ ਕਿਹਾ, ਮੈਨੂੰ ਲੱਗਦਾ ਹੈ ਲੜਕਿਆਂ ਦੀ ਉੱਗ ਸੁੱਗ ਮਿਲ ਗਈ ਹੈ। ਇਸੇ ਕਾਰਨ ਕਰਕੇ ਮੈਡਮ ਨੇ ਆਪਾਂ ਨੂੰ ਬੁਲਾਇਆ ਹੋਵੇਗਾ। ਤੁਹਾਡੀ ਤਾਂ ਉਹ ਗੱਲ ਹੈ ਕਿ ਬਿੱਲੀ ਨੂੰ ਚੂਹਿਆਂ ਦੇ ਸੁਪਨੇ। ਮਿਸੇਸ ਸੋਢੀ ਨੇ ਹੱਸਦਿਆਂ ਕਿਹਾ। ਆਫਿਸ ਵਿੱਚ ਮੈਡਮ ਅਤੇ ਮੰਤਰੀ ਜੀ ਨੂੰ ਬਹੁਤ ਹੀ ਉਦਾਸ ਚਿਹਰੇ ਲਏ ਖਲੋਤੇ ਦੇਖਿਆ। ਸਾਡੇ ਪਹੁੰਚਦਿਆਂ ਹੀ ਮੈਡਮ ਨੇ ਕਹਿਣਾ ਸ਼ੁਰੂ ਕੀਤਾ, ਮੰਤਰੀ ਜੀ ਦੇ ਲੱਖ ਯਤਨ ਕਰਨ ਦੇ ਬਾਵਜੂਦ ਲੜਕੀਆਂ ਦੀ ਕੋਈ ਸੂਹ ਨਹੀਂ ਮਿਲੀ। ਮੈਡਮ ਜੀ ਦੀ ਗੱਲ ਵਿੱਚ ਹੀ ਮੰਤਰੀ ਜੀ ਬੋਲੇ, ਮੈਨੂੰ ਪੂਰੀ ਉਮੀਦ ਹੈ ਇੱਕ ਦਿਨ ਲੜਕੀਆਂ ਜ਼ਰੂਰ ਹੀ ਮਿਲ ਜਾਣਗੀਆਂ, ਚਾਹੇ ਲੇਟ ਹੀ ਕਿਉਂ ਨਾ ਮਿਲਣ। ਪਰ ਮੈਂ ਅੱਜ ਸਾਰੇ ਸਟਾਫ ਨੂੰ ਇਹੀ ਬੇਨਤੀ ਕਰਨ ਆਇਆ ਹਾਂ ਕਿ ਆਪਾਂ ਸਭ ਰਲ ਮਿਲ ਕੇ ਇਸ ਮੁਸ਼ਕਿਲ ਦਾ ਕੋਈ ਹੱਲ ਲੱਭੀਏ। ਆਪ ਸਭ ਨੂੰ ਪਤਾ ਹੈ ਕਿ ਮੰਤਰੀ ਜੀ ਇਸ ਕਾਲਜ ਨੂੰ ਹਰ ਵਾਰੀ ਕਿਤਨੀ ਰਕਮ ਦਾਨ ਕਰ ਦਿੰਦੇ ਨੇ। ਮੈਡਮ ਨੇ ਕਿਹਾ, ਇਸ ਲਈ ਇਹ ਨਹੀਂ ਚਾਹੁੰਦੇ ਕਿ ਇਸ ਕਾਲਜ ਦੀ ਕੋਈ ਬਦਨਾਮੀ ਹੋਵੇ। ਸਾਡਾ ਸਾਰਾ ਸਟਾਫ ਤਾਂ ਅੱਗੇ ਹੀ ਤੁਹਾਡੇ ਨਾਲ ਹੈ। ਮਿਸੇਸ ਸੂਦ ਨੇ ਕਿਹਾ, ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਇਸ ਮੁਸ਼ਕਿਲ ਵਿੱਚੋਂ ਛੇਤੀ ਨਿਕਲ ਸਕੀਏ। ਕੁਝ ਚਿਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਪਤਾ ਨਹੀਂ ਕਿਉਂ ਮੈਨੂੰ ਇਹਨਾਂ ਸਾਰੀਆਂ ਗੱਲਾਂ ਦੀ ਸਮਝ ਨਹੀਂ ਸੀ ਆ ਰਹੀ। ਜੇ ਸਾਰੀ ਪੁਲਿਸ ਵਾਹ ਲਾ ਰਹੀ ਹੈ, ਮੰਤਰੀ ਜੀ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ ਅਤੇ ਸਾਰਾ ਸਟਾਫ ਅਲੱਗ ਮਿਹਨਤ ਕਰਦਾ ਹੈ, ਤਾਂ ਕੁੜੀਆਂ ਮਿਲ ਫਿਰ ਵੀ ਨਹੀਂ ਰਹੀਆਂ। ਕਈ ਦਿਨਾਂ ਬਾਅਦ ਅੱਜ ਕਾਲਜ ਦਾ ਵਾਤਾਵਰਨ ਥੋੜ੍ਹਾ ਜਿਹਾ ਬਦਲਿਆ ਲੱਗਾ। ਨਾ ਕੋਈ ਪੁਲਿਸ ਵਾਲਾ ਆਇਆ ਸੀ, ਨਾ ਹੀ ਕੋਈ ਅਖਬਾਰ ਵਾਲਾ। ਅਧਿਆਪਕ ਵੀ ਸਭ ਆਪਣੀਆਂ ਕਲਾਸਾਂ ਵਿੱਚ ਸਨ ਜਾਂ ਕਿਤੇ ਹੋਰ ਬਿਜ਼ੀ ਹੋਣਗੇ। ਮੈਂ ਹੀ ਸਟਾਫ ਰੂਮ ਵਿੱਚ ਬੈਠੀ ਕਲਾਸ ਲਈ ਕੁਝ ਜ਼ਰੂਰੀ ਨੋਟਿਸ ਤਿਆਰ ਕਰ ਰਹੀ ਸਾਂ। ਕਮਰੇ ਦਾ ਦਰਵਾਜ਼ਾ ਅੱਧਾ ਖੁੱਲ੍ਹਾ ਛੱਡਿਆ ਹੋਇਆ ਸੀ। ਅਚਾਨਕ ਹੀ ਰਾਮ ਲਾਲ ਅੰਦਰ ਦਾਖਲ ਹੋਇਆ। ਬੀਬੀ ਜੀ, ਚਾਹ ਪੀਣੀ ਤਾਂ ਲਿਆ ਦੇਵਾਂ? ਉਸਨੇ ਪੁੱਛਿਆ। ਨਹੀਂ, ਚਾਹ ਤਾਂ ਮੈਂ ਨਹੀਂ ਪੀਣੀ ਬੀਬੀ ਜੀ। ਹੁਣ ਤਾਂ ਤੁਹਾਡਾ ਕਾਲਜ ਵਿੱਚ ਦਿਲ ਲੱਗ ਗਿਆ ਹੋਵੇਗਾ। ਬਾਕੀ ਤਾਂ ਠੀਕ ਹੈ, ਪਰ ਆਹ ਜਿਹੜੀ ਘਟਨਾ ਕਾਲਜ ਵਿੱਚ ਵਾਪਰ ਗਈ, ਉਸ ਦਾ ਭੇਦ ਕੋਈ ਨਹੀਂ ਲੱਗ ਰਿਹਾ। ਤੁਸੀਂ ਨਾ ਚਿੰਤਾ ਨਾ ਕਰੋ, ਗੁੱਡੀਆਂ ਇੱਕ ਦਿਨ ਵਾਪਸ ਆ ਜਾਣੀਆਂ, ਰਾਮ ਲਾਲ ਨੇ ਵਿੱਚੋਂ ਹੀ ਕਿਹਾ। ਬਹੁਤ ਚਿਰ ਪਹਿਲਾਂ ਵੀ ਇੱਕ ਵਾਰੀ ਇੱਕ ਗੱਡੀ ਗਵਾਚੀ ਸੀ, ਫਿਰ ਮਿਲ ਗਈ। ਇਹ ਗੱਲ ਸੁਣੀ ਤਾਂ ਮੈਂ ਰਾਮ ਲਾਲ ਦੇ ਮੂੰਹ ਵੱਲ ਹੀ ਦੇਖਦੀ ਰਹਿ ਗਈ। ਰਾਮ ਲਾਲ ਨੇ ਆਲਾ ਦੁਆਲਾ ਦੇਖਿਆ ਅਤੇ ਬਾਹਰ ਵੱਲ ਵੀ ਝਾਤੀ ਮਾਰ ਕੇ ਦਰਵਾਜ਼ਾ ਭੇੜ ਆਇਆ।
ਬੀਬੀ ਜੀ, ਤੁਸੀਂ ਇਸ ਕਾਲਜ ਵਿੱਚ ਨਵੇਂ ਹੋ, ਬਹੁਤੀਆਂ ਗੱਲਾਂ ਦਾ ਤੁਹਾਨੂੰ ਨਹੀਂ ਪਤਾ। ਉਹ ਮੇਰੀ ਕੁਰਸੀ ਦੇ ਕੋਲ ਥੱਲੇ ਹੀ ਬੈਠ ਗਿਆ। ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਹਾਂ, ਪਰ ਤੁਸੀਂ ਕਸਮ ਖਾਓ ਮਾਤਾ ਚਿੰਤਾ ਦੇਵੀ ਦੀ ਕਿ ਅਗਾਂਹ ਕਿਸੇ ਨੂੰ ਨਹੀਂ ਦੱਸੋਗੇ। ਰਾਮ ਲਾਲ, ਤੁਸੀਂ ਬੇਫਿਕਰ ਹੋ ਕੇ ਆਪਣਾ ਭੇਦ ਦੱਸੋ। ਮੈਂ ਅੱਗੇ ਗੱਲਾਂ ਤੋਰਨ ਵਾਲੀ ਕੁੜੀ ਨਹੀਂ ਹਾਂ। ਫਿਰ ਵੀ ਤੁਸੀਂ ਦੇਵੀ ਮਾਂ ਦੀ ਕਸਮ ਖਾ ਲਵੋ। ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਮੈਂ ਕੋਈ ਵੀ ਗੱਲ ਨਹੀਂ ਕਰਾਂਗੀ ਤਾਂ ਉਸ ਨੇ ਹੌਲੀ-ਹੌਲੀ ਦੱਸਣਾ ਸ਼ੁਰੂ ਕੀਤਾ। ਇੱਕ ਦਿਨ ਮੈਂ ਮੈਡਮ ਸਾਹਿਬਾ ਦੇ ਆਫਿਸ ਦੀ ਝਾੜ ਪੂੰਝ ਕਰਦਾ ਪਿਆ ਸਾਂ। ਮੰਤਰੀ ਜੀ ਆਏ ਤਾਂ ਮੈਡਮ ਨੇ ਮੈਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ। ਤੁਹਾਨੂੰ ਪਤਾ ਹੈ, ਸਾਡੇ ਵਰਗੇ ਲੋਕਾਂ ਨੂੰ ਓਲੇ ਹੋ ਕੇ ਗੱਲਾਂ ਸੁਣਨ ਦੀ ਆਦਤ ਹੁੰਦੀ ਹੈ। ਉਸ ਦੇ ਇੰਨਾ ਕਹਿਣ ਤੇ ਹੀ ਮੇਰਾ ਸਾਹ ਰੁਕ ਗਿਆ ਅਤੇ ਮੈਂ ਕੁਰਸੀ ਤੇ ਬੈਠੀ ਹੀ ਥੋੜਾ ਜਿਹਾ ਨੀਵੀਂ ਹੋ ਗਈ ਅਤੇ ਉਸ ਨੂੰ ਧਿਆਨ ਨਾਲ ਸੁਣਨ ਲੱਗੀ। ਰਾਮ ਲਾਲ ਨੇ ਇੱਕ ਵਾਰੀ ਫਿਰ ਦਰਵਾਜ਼ੇ ਵੱਲ ਦੇਖਿਆ ਅਤੇ ਬੋਲਿਆ, ਮੰਤਰੀ ਜੀ ਨੇ ਮੈਡਮ ਨੂੰ ਕਿਹਾ ਕਿ ਮੈਂ ਤੁਹਾਨੂੰ ਕਿਹਾ ਸੀ ਲੜਕੀਆਂ ਵਾਲੀ ਗੱਲ ਠੱਪ ਦਿਓ, ਪਰ ਅਖਬਾਰਾਂ ਅਜੇ ਵੀ ਚੁੱਪ ਨਹੀਂ ਹੋਈਆਂ। ਕੁੜੀਆਂ ਦੇ ਮਾਪਿਆਂ ਨੇ ਹੀ ਜ਼ਿਆਦਾ ਰੌਲਾ ਪਾਇਆ ਹੋਇਆ ਹੈ। ਕੁੜੀਆਂ ਤਾਂ ਸ਼ਾਂਤ ਹਨ, ਬਸ ਉਹ ਤਾਂ ਸਿਰਫ ਸੁੰਦਰਤਾ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕੁਝ ਵੀ ਕਰਨ ਨੂੰ ਤਿਆਰ ਨੇ। ਇਸ ਦਾ ਮਤਲਬ ਕੁੜੀਆਂ ਮੰਤਰੀ ਜੀ ਦੇ ਕੋਲ ਨੇ, ਮੈਂ ਹੈਰਾਨੀ ਨਾਲ ਕਿਹਾ। ਰਾਮ ਲਾਲ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਪਰ ਮੈਂ ਗੁੱਸੇ ਵਿੱਚ ਲਾਲ ਹੁੰਦੀ ਨੇ ਕਿਹਾ, ਦੇਖੋ ਰਾਮ ਲਾਲ ਜੀ, ਇਹ ਗੱਲ ਠੀਕ ਨਹੀਂ। ਤੁਸੀਂ ਬਾਕੀ ਸਟਾਫ ਨਾਲ ਗੱਲ ਕਰੋ ਅਤੇ ਭੇਦ ਨੂੰ ਨੰਗਾ ਕਰੋ। ਪਹਿਲਾਂ ਤਾਂ ਬੀਬੀ ਜੀ, ਮੈਂ ਤੁਹਾਨੂੰ ਦੇਵੀ ਮਾਂ ਦੀ ਕਸਮ ਦਿੱਤੀ ਹੋਈ ਹੈ, ਤੁਸੀਂ ਇਹ ਗੱਲ ਇੱਥੇ ਹੀ ਛੱਡ ਦਿਓ। ਬਾਕੀ ਸਟਾਫ ਦੇ ਕਈ ਮੈਂਬਰਾਂ ਨੂੰ ਵੀ ਇਸ ਬਾਰੇ ਪਤਾ ਹੈ, ਉਹਨਾਂ ਨੂੰ ਵੀ ਦੇਵੀ ਮਾਂ ਦੀ ਕਸਮ ਦਿੱਤੀ ਹੈ। ਤੁਸੀਂ ਚੰਗੀ ਦੇਵੀ ਮਾਂ ਵਿੱਚ ਲੈ ਆਏ ਹੋ। ਬੀਬੀ ਜੀ, ਦੇਵੀ ਮਾਂ ਤਾਂ ਆਪਣੀ ਗਰਜ ਨੂੰ ਲੈ ਕੇ ਆਏ ਹਾਂ। ਜੇ ਮੈਡਮ ਨੂੰ ਪਤਾ ਲੱਗ ਗਿਆ ਕਿ ਇਹ ਗੱਲ ਮੈਂ ਤੁਹਾਨੂੰ ਦੱਸੀ ਹੈ ਤਾਂ ਸਭ ਤੋਂ ਪਹਿਲਾਂ ਮੇਰੀ ਹੀ ਛਾਂਟੀ ਹੋਊ। ਮੈਂ ਤੁਹਾਡੇ ਪੈਰ ਫੜਦਾ ਜੇ ਅਗਾਂਹ ਇਹ ਗੱਲ ਨਾ ਕਰਿਓ। ਅੱਛਾ, ਇੰਨਾ ਕਹਿ ਕੇ ਮੈਂ ਚੁੱਪ ਹੋ ਗਈ। 2-3 ਦਿਨ ਮੈਂ ਇਸ ਤਰ੍ਹਾਂ ਹੀ ਗੁੰਮ-ਸੁੰਮ ਰਹੀ ਅਤੇ ਇਸ ਗੱਲ ਦਾ ਕਿਸੇ ਕੋਲ ਵੀ ਜ਼ਿਕਰ ਨਾ ਕੀਤਾ। ਕੱਲ੍ਹ ਜਦੋਂ ਮੈਂ ਲੰਚ ਲਈ ਮਿਸੇਸ ਸੋਢੀ ਨਾਲ ਗਈ ਤਾਂ ਉਹ ਪੁੱਛਣ ਲੱਗੀ, ਕੀ ਗੱਲ ਹੈ ਪ੍ਰਦੀਪ, ਮੈਂ ਦੇਖਦੀ ਹਾਂ ਤੂੰ ਥੋੜ੍ਹੇ ਦਿਨਾਂ ਤੋਂ ਚੁੱਪਚਾਪ ਹੈ। ਗੱਲ ਤਾਂ ਕੋਈ ਨਹੀਂ, ਵੈਸੇ ਹੀ। ਤੈਨੂੰ ਕਿਤੇ ਕੁੜੀਆਂ ਦੀ ਚਿੰਤਾ ਤਾਂ ਨਹੀਂ ਲੱਗੀ? ਦੀਦੀ, ਤੁਹਾਨੂੰ ਸੱਚਮੁੱਚ ਹੀ ਉਹਨਾਂ ਬਾਰੇ ਕੁਝ ਵੀ ਨਹੀਂ ਪਤਾ? ਪਤਾ ਹੋਵੇ ਵੀ ਤਾਂ ਫਿਰ ਕੀ ਕਰ ਸਕਦੇ ਹਾਂ। ਮਿਸੇਸ ਸੋਢੀ ਦੇ ਜਵਾਬ ਨੇ ਮੇਰੀ ਤਸੱਲੀ ਕਰਵਾ ਦਿੱਤੀ ਕਿ ਉਸ ਨੂੰ ਮੇਰੇ ਵਾਂਗ ਵੀ ਪਤਾ ਹੈ ਲੜਕੀਆਂ ਕਿੱਥੇ ਨੇ, ਪਰ ਫਿਰ ਵੀ ਮੈਂ ਅਗਾਂਹ ਗੱਲ ਤੋਰੀ, ਜੇ ਪਤਾ ਹੋਵੇ ਤਾਂ ਫਿਰ ਗੱਲ ਚੁੱਕਣੀ ਚਾਹੀਦੀ ਹੈ। ਭਾਈ, ਮੇਰਾ ਤਾਂ ਇਸ ਕਾਲਜ ਨਾਲ ਸਿਰਫ ਨੌਕਰੀ ਤੱਕ ਰਿਸ਼ਤਾ ਹੈ। ਗੱਲ ਚੁੱਕ ਕੇ ਇੰਨੇ ਸਾਲਾਂ ਦੀ ਆਪਣੀ ਬਣੀ ਬਣਾਈ ਪੋਜੀਸ਼ਨ ਖਰਾਬ ਕਰਨੀ ਆ? ਤੁਸੀਂ ਆਪਣੇ ਮਤਲਬ ਕਰਕੇ ਚੁੱਪ ਹੋ। ਮੇਰੇ ਮੂੰਹ ਵਿੱਚੋਂ ਸਿੱਧਾ ਹੀ ਨਿਕਲ ਗਿਆ। ਦੁਨੀਆ ਕਿੰਨੀ ਸਵਾਰਥੀ ਹੋ ਗਈ ਹੈ। ਹਰ ਕੋਈ ਹੀ ਆਪਣੀ ਲੋੜ ਨਾਲ ਹੀ ਮਤਲਬ ਰੱਖਦਾ ਹੈ। ਮਿਸੇਸ ਸੋਢੀ ਨੇ ਥੋੜਾ ਗੁੱਸੇ ਨਾਲ ਕਿਹਾ, ਸੱਚ ਪੁੱਛੋ ਤਾਂ ਲੜਕੀਆਂ ਆਪਣੇ ਮਤਲਬ ਲਈ ਹੀ ਗੁੰਮ ਹੋਈਆਂ ਨੇ, ਪਰ ਉਹਨਾਂ ਨੂੰ ਆਪਣੇ ਮਾਪਿਆਂ ਬਾਰੇ ਤਾਂ ਸੋਚਣਾ ਹੀ ਚਾਹੀਦਾ ਸੀ। ਮੈਂ ਆਦਰਸ਼ ਬਣ ਕੇ ਕਿਹਾ, ਫਿਰ ਵੀ ਆਪਾਂ ਨੂੰ ਸਟੈਂਡ ਲੈਣਾ ਚਾਹੀਦਾ ਹੈ। ਦੇਖੋ ਪ੍ਰਦੀਪ ਜੀ, ਮੈਂ ਤਾਂ ਕੋਈ ਸਟੈਂਡ ਨਹੀਂ ਲੈਣਾ, ਮਿਸੇਸ ਸੋਢੀ ਨੇ ਸਾਫ਼ ਕਿਹਾ। ਜਦ ਕੁੜੀਆਂ ਹੀ ਗਲੈਮਰਸ ਲਈ ਆਪਣੀ ਇੱਜ਼ਤ, ਪੜ੍ਹਾਈ ਸਭ ਕੁਝ ਦਾਅ 'ਤੇ ਲਾ ਰਹੀਆਂ ਨੇ ਤਾਂ ਸਾਨੂੰ ਕੀ? ਤੁਹਾਨੂੰ ਤਾਂ ਨਾ ਹੋਵੇ, ਪਰ ਮੈਂ ਤਾਂ ਇਸ ਬਾਰੇ ਜ਼ਰੂਰ ਕੁਝ ਕਰਾਂਗੀ। ਜੇ ਤੁਹਾਨੂੰ ਆਪਣੀ ਨਵੀਂ ਮਿਲੀ ਨੌਕਰੀ ਨਾਲ ਕੋਈ ਲਗਾਓ ਨਹੀਂ ਹੈ ਤਾਂ ਤੁਹਾਡੀ ਮਰਜ਼ੀ। ਮਿਸੇਸ ਸੋਢੀ ਨੇ ਮੈਨੂੰ ਮਸੀਂ ਨਵੀਂ ਮਿਲੀ ਜੌਬ ਦਾ ਅਹਿਸਾਸ ਕਰਵਾਉਂਦਿਆਂ ਕਿਹਾ, ਤੁਸੀਂ ਜੋ ਮਰਜ਼ੀ ਕਰੋ, ਪਰ ਪਲੀਜ਼ ਮੇਰਾ ਇਸ ਮਾਮਲੇ ਵਿੱਚ ਕਿਸੇ ਕੋਲ ਵੀ ਜ਼ਿਕਰ ਨਾ ਕਰਨਾ। ਤੁਹਾਡੇ ਸਿਰ 'ਤੇ ਕੋਈ ਜ਼ਿੰਮੇਵਾਰੀ ਨਾ ਹੋਵੇਗੀ, ਪਰ ਮੈਂ ਤਾਂ ਇਸ ਨੌਕਰੀ ਨਾਲ ਹੀ ਗੁਜ਼ਾਰਾ ਕਰਨਾ ਹੈ। ਕਾਲਜ ਤੋਂ ਵਾਪਸ ਆਉਂਦਿਆਂ ਸਾਰੇ ਰਸਤੇ ਮੈਂ ਇਸ ਬਾਰੇ ਹੀ ਸੋਚਦੀ ਰਹੀ। ਘਰ ਪਹੁੰਚਣ ਤੱਕ ਮੇਰਾ ਮਨ ਕਾਫੀ ਬਦਲ ਗਿਆ ਅਤੇ ਸੋਚਣ ਲੱਗਾ, ਸਾਰਿਆਂ ਨੂੰ ਆਪਣੀਆਂ ਜ਼ਰੂਰਤਾਂ ਤੱਕ ਮਤਲਬ ਹੈ ਤਾਂ ਮੈਂ ਕਿਉਂ ਬੈਠੀ ਬਿਠਾਈ ਝਮੇਲੇ ਵਿੱਚ ਪਵਾਂ। ਮੇਰਾ ਆਦਰਸ਼ਪੁਣਾ ਮਿੰਟ ਵਿੱਚ ਹੀ ਤੁਰਦਾ ਬਣਿਆ। ਮੇਰਾ ਮਨ ਇੱਥੋਂ ਤੱਕ ਕਮੀਨਾ ਹੋ ਗਿਆ ਕਿ ਘਰ ਪੁੱਜਣ 'ਤੇ ਜਦੋਂ ਮੇਰੇ ਬੀਜੀ ਨੇ ਕੁੜੀਆਂ ਬਾਰੇ ਪੁੱਛਿਆ ਤਾਂ ਮੈਂ ਟੁੱਟ ਕੇ ਪਈ। ਢੱਠੇ ਖੂਹ ਵਿੱਚ ਜਾਣ ਕੁੜੀਆਂ, ਤੁਹਾਨੂੰ ਕੀ? ਪਰ ਹੌਲੀ ਅਜਿਹੀ ਬੀਜੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਸੁਣ ਕੇ ਕਹਿਣ ਲੱਗੇ, ਪੁੱਤ
ਤੂੰ ਇਕੱਲੀ ਕੀ ਕਰ ਲਵੇਂਗੀ? ਆਪਣੀ ਨੌਕਰੀ ਤੋਂ ਵੀ ਹੱਥ ਧੋ ਬੈਠੇਂਗੀ। ਨਾਲੇ ਸਾਨੂੰ ਕੀ, ਕਿਸੇ ਦੀਆਂ ਕੁੜੀਆਂ, ਕਿਸੇ ਦਾ ਕਾਲਜ। ਬੀਜੀ ਦੀ ਗੱਲ ਸੁਣ ਕੇ ਮੈਂ ਆਰਾਮ ਨਾਲ ਬੈਠ ਗਈ ਅਤੇ ਆਪਣੀ ਜੌਬ ਬਾਰੇ ਸੋਚਦੀ ਨੇ ਕੁੜੀਆਂ ਦੇ ਗੁਆਚਣ ਦਾ ਮਾਮਲਾ ਉਸੇ ਵੇਲੇ ਹੀ ਤਿਆਗ ਦਿੱਤਾ। ਇਸ ਘਟਨਾ ਤੋਂ ਬਾਅਦ ਛੇਤੀ ਹੀ ਮੇਰੀ ਮੰਗਣੀ ਹੋ ਗਈ ਤੇ ਮੇਰੇ ਸਹੁਰਿਆਂ ਨੇ ਆਪਣੇ ਲਾਗਲੇ ਕਾਲਜ ਵਿੱਚ ਮੇਰੀ ਬਦਲੀ ਕਰਵਾ ਲਈ। ਕੁੜੀਆਂ ਦਾ ਕੀ ਬਣਿਆ ਰੱਬ ਜਾਣੇ। ਹੁਣ ਇਸ ਗੱਲ ਨੂੰ ਕਈ ਦਹਾਕੇ ਬੀਤ ਗਏ ਨੇ, ਪਰ ਫਿਰ ਵੀ ਕਦੀ-ਕਦੀ ਇਹ ਵਾਕਿਆ ਯਾਦ ਆਉਣ 'ਤੇ ਮੈਂ ਸੋਚਦੀ ਹਾਂ ਕਿ ਸੱਚਮੁੱਚ ਹੀ ਆਪਾਂ ਕਿੰਨੇ ਮਤਲਬੀ ਹਾਂ। ਇਸੇ ਤਰ੍ਹਾਂ ਇਹ ਕਹਾਣੀ ਖਤਮ ਹੁੰਦੀ ਹੈ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ।